ਔਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੀ ਪੰਜਾਬੀ ਨੂੰ ਹੁਣ ਲਾਜ਼ਮੀ ਤੋਂ ਮਾਈਨਰ ਕਰਨਾ, ਕੰਪਲਸਰੀ ਤੋਂ ਮਾਈਨਰ ਕਰਨਾ, ਕੀ ਕਾਰਨ ਹੋ ਸਕਦੇ ਨੇ? ਨਿਊ ਐਜੂਕੇਸ਼ਨ ਪਾਲਿਸੀ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੜੀ ਜਲਦੀ ਦੇ ਨਾਲ ਬਿਨਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਐਗਜ਼ੈਕਟ ਫਾਰਮੇਸ਼ਨ ਦੇ ਹੈ ਨਾ, ਬਿਨਾਂ ਇੱਕ ਖਾਕੇ ਦੇ ਅਸੀਂ ਉਹਨੂੰ ਇੰਪਲੀਮੈਂਟ ਕਰਨਾ ਸ਼ੁਰੂ ਕੀਤਾ। ਉਹਨਾਂ ਨੂੰ ਲੱਗਿਆ ਕਿ ਇਹਨੂੰ ਜਿਹੜੀ ਪੰਜਾਬੀ ਜ਼ਬਾਨ ਜਿਹੜੀ ਹੈ ਇਹਨੂੰ ਲਾਜ਼ਮੀ ਦੀ ਬਜਾਏ ਉਹਨੂੰ ਮਾਈਨਰ 'ਚ ਲੈ ਜਾਈਏ। ਜਿਹੜੇ ਪਿੱਛੋਂ ਫੈਕਲਟੀ 'ਚ ਪਾਸ ਕਰਵਾ ਕੇ ਸਾਰੇ ਲਿਆਏ ਸੀ, ਜਾਂ ਜਿਨ੍ਹਾਂ ਨੂੰ ਚੀਜ਼ ਦਾ ਇਲਮ ਸੀ ਇੱਦਾਂ ਹੋ ਰਿਹਾ, ਉਹਦੇ 'ਤੇ ਡਟ ਕੇ ਪਹਿਰਾ ਦੇ ਰਹੇ ਸੀ। ਸਿੰਡੀਕੇਟਸ ਦਾ, ਪੂਰੇ ਪੰਜਾਬੀ ਹਿਤੈਸ਼ੀਆਂ ਦਾ ਜਿਹੜਾ ਇਹ ਇੰਟਰਸਟ ਹੈ ਕਿ ਪੰਜਾਬੀ ਜਿਹੜੀ ਹੈ ਲਾਜ਼ਮੀ ਦੇ ਤੌਰ ਦੇ ਉੱਪਰ ਰਵੇ, ਅਤੇ ਉਹਨਾਂ ਨੇ ਇਨਸ਼ੋਰ ਕੀਤਾ ਕਿ ਮੈਨੂੰ ਇਸ ਚੀਜ਼ ਦਾ ਅਹਿਸਾਸ ਹੈ ਅਤੇ ਪੰਜਾਬੀ ਲਾਜ਼ਮੀ ਦੇ ਤੌਰ ਦੇ ਉੱਪਰ ਰਹੇਗੀ। ਇੱਥੇ ਮੈਂ ਸਮਝਦਾ ਕਿ ਕੋਤਾਹੀ ਹੈ ਕਿ ਜਦੋਂ ਵੀ ਅਸੀਂ ਕੋਈ ਚੀਜ਼ ਨੂੰ, ਪਾਲਿਸੀ ਨੂੰ ਪਾਸ ਕਰ ਰਹੇ ਹਾਂ, ਤੇ ਉਹ ਇੱਕ ਪੂਰੀ 4 ਈਅਰ ਦੀ ਬਣ ਕੇ ਆਉਣੀ ਚਾਹੀਦੀ ਸੀ। ਯੂਨੀਵਰਸਿਟੀ ਕੋਲ ਵੀ ਅੱਜ ਦੀ ਤਰੀਕ ਦੇ ਵਿੱਚ ਇਹ ਡਾਕੂਮੈਂਟ ਕੋਈ ਵੀ ਪੂਰੀ ਫਾਰਮ ਜਿਹੜੀ ਹੈ ਇਹ ਪਾਲਿਸੀ ਦੇ ਤੌਰ ਦੇ ਉੱਤੇ ਮੌਜੂਦ ਨਹੀਂ ਹੈ। ਨਿਊ ਐਜੂਕੇਸ਼ਨ ਪਾਲਿਸੀ ਨਾਂ ਦੇ ਤੌਰ ਤੇ ਬੜੀ ਵੱਡੀ ਹੈ, ਬਟ ਇਹਦੇ ਨਾਲ ਬੜੀਆਂ ਮੇਜਰ ਚੇਂਜਿਸ ਆਉਣੀਆਂ। ਖੇਤਰੀ ਭਾਸ਼ਾਵਾਂ ਦੀ ਜੇ ਗੱਲ ਕੀਤੀ ਜਾਵੇ, ਬਾਕੀ ਸੂਬਿਆਂ ਦੇ ਵਿੱਚ ਇੰਨੀ ਮਨਾਹੀ ਨਹੀਂ, ਪਰ ਪੰਜਾਬੀ ਦੇ ਪਿੱਛੇ ਹੀ ਕਿਉਂ ਪੈਂਦੇ ਨੇ ਲੋਕ? ਐਜੂਕੇਸ਼ਨ ਦੇ ਮੁਹਾਜ਼ ਤੇ ਬੁਰੀ ਤਰ੍ਹਾਂ ਫੇਲ ਹੈ। ਕੋਈ ਵੀ ਮਤਲਬ ਕਿਸੇ ਤਰ੍ਹਾਂ ਦੀ ਵੀ ਰਿਕਰੂਟਮੈਂਟ ਆਫ ਫੈਕਲਟੀ ਕਹਿ ਲਓ, ਕੋਈ ਜਿਵੇਂ ਮੈਂ ਤੁਹਾਨੂੰ ਕਿਹਾ ਕੋਈ ਨਵੀਂ ਪਾਲਿਸੀ ਨੂੰ ਇੰਪਲੀਮੈਂਟ ਕਰਨ ਵਾਸਤੇ ਗ੍ਰਾਂਟ ਦੀ ਗੱਲ ਕਰ ਲਓ, ਪੰਜਾਬੀਆਂ ਨਾਲ ਜਾਂ ਸਿੰਡੀਕੇਟ ਮੈਂਬਰਸ ਦੇ ਨਾਲ ਦੁਬਾਰਾ ਵਾਅਦਾ ਖਿਲਾਫੀ ਤਾਂ ਨਹੀਂ ਹੋਏਗੀ। ਮੈਨੂੰ ਲੱਗਦਾ ਨਹੀਂ ਕਿ ਉਹ ਜਿਹੜੀ ਪੰਜਾਬੀ ਜ਼ਬਾਨ ਦੇ ਨਾਲ ਇਸ ਤਰ੍ਹਾਂ ਦਾ ਇਹੋ ਜਿਹਾ ਕੋਈ ਫੈਸਲਾ ਹੋ ਜਿਹੜਾ ਉਹਦੇ ਵਿਰੋਧ ਦੇ ਵਿੱਚ ਜਾਂ ਲਾਜ਼ਮੀ ਨਾ ਕਰਨ ਵਾਲਾ ਵੀ ਕਰਨਗੇ, ਇਹੋ ਜਿਹਾ ਕੋਈ ਹੈ ਨਹੀਂ। ਲੁਧਿਆਣਾ ਟਾਈਮਜ਼ ਵੇਖ ਰਹੇ ਤਮਾਮ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਅਮਨ ਸਿੰਘ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਪਿਛਲੇ ਦਿਨੀ ਇੱਕ ਮੁੱਦਾ ਗਰਮਾਇਆ ਸੀ ਕਿ ਆਕਾਸ਼ਵਾਣੀ ਤੋਂ ਪੰਜਾਬੀ ਭਾਸ਼ਾ ਦਾ ਜਿਹੜਾ ਪ੍ਰਸਾਰਣ ਸੀਗਾ ਉਸ ਨੂੰ ਬੰਦ ਕਰ ਦਿੱਤਾ ਗਿਆ ਸੀ। ਤਮਾਮ ਜਿਹੜੇ ਸਟਾਫ ਮੈਂਬਰ ਸਨ ਉਹਨਾਂ ਨੂੰ ਚੰਡੀਗੜ੍ਹ ਔਰ ਦਿੱਲੀ ਤੋਂ ਜਲੰਧਰ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਹਾਲੇ ਉਹ ਮਸਲਾ ਜਿਹੜਾ ਪੂਰਨ ਤੌਰ ਤੇ ਹੱਲ ਨਹੀਂ ਹੋਇਆ ਸੀ। ਇੱਕ ਹੋਰ ਜਿਹੜਾ ਮਸਲਾ ਸਾਹਮਣੇ ਉੱਭਰ ਕੇ ਆ ਰਿਹਾ, ਜਿਸ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਪਹਿਲਾਂ ਲਾਜ਼ਮੀ ਹੁੰਦੀ ਸੀ BA ਦੇ ਵਿੱਚ ਜਾਂ ਹੋਰ ਸਮੈਸਟਰ ਜਿਹੜੇ ਸਨ ਉਹਨਾਂ ਦੇ ਵਿੱਚ, ਪਰ ਹੁਣ ਉਸ ਨੂੰ ਮਾਈਨਰ ਕਰ ਦਿੱਤਾ ਗਿਆ, ਉਹ ਲਾਜ਼ਮੀ ਨਹੀਂ ਹੋਏਗੀ। ਜਾਣਕਾਰੀ ਹਾਸਲ ਕਰਾਂਗੇ ਕਿ ਕੀ ਕਾਰਨ ਨੇ, ਯੂਨੀਵਰਸਿਟੀ ਨੇ ਅਜਿਹਾ ਡਿਸੀਜ਼ਨ ਕਿਉਂ ਲਿੱਤਾ। ਸਤਿ ਸ਼੍ਰੀ ਅਕਾਲ ਸਰ। ਸਰ, ਤੁਹਾਡਾ ਲੁਧਿਆਣਾ ਟਾਈਮਜ਼ 'ਤੇ ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ। ਦੁਆ ਸਾਹਿਬ, ਪਹਿਲਾਂ ਤਾਂ ਜਾਣਨਾ ਚਾਹਾਂਗੇ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਬੇਸਿਕਲੀ ਪੰਜਾਬੀਆਂ ਦੇ ਲਈ ਬਣਾਈ ਗਈ ਹੈ। ਪੰਜਾਬ ਦੇ ਦੂਰ ਦਰਾਡੇ ਪਿੰਡਾਂ ਤੋਂ, ਸ਼ਹਿਰਾਂ ਤੋਂ ਜਿਹੜੇ ਨੌਜਵਾਨ ਨੇ ਉੱਥੇ ਜਾ ਕੇ ਪੜ੍ਹਾਈ ਕਰਦੇ ਨੇ। ਦੇਖਿਆ ਜਾਵੇ ਹਰਿਆਣੇ ਦੇ ਵੀ ਨੌਜਵਾਨ ਆਉਂਦੇ ਨੇ, ਕਈ ਹੋਰ ਬਾਹਰਲੀਆਂ ਸਟੇਟਾਂ ਤੋਂ ਵੀ ਆਉਂਦੇ ਨੇ, ਪਰ ਬੇਸਿਕਲੀ ਸਿੱਧੇ ਤੌਰ 'ਤੇ ਜੇ ਦੇਖਿਆ ਜਾਵੇ ਪੰਜਾਬ ਦੇ ਨਾਲ ਪੰਜਾਬ ਯੂਨੀਵਰਸਿਟੀ ਜੁੜੀ ਹੋਈ ਹੈ। ਔਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੀ ਪੰਜਾਬੀ ਨੂੰ ਹੁਣ ਲਾਜ਼ਮੀ ਤੋਂ ਮਾਈਨਰ ਕਰਨਾ, ਕੰਪਲਸਰੀ ਤੋਂ ਮਾਈਨਰ ਕਰਨਾ, ਕੀ ਕਾਰਨ ਹੋ ਸਕਦੇ ਨੇ ਜਿਹੜਾ ਯੂਨੀਵਰਸਿਟੀ ਵੱਲੋਂ, ਮੈਨੇਜਮੈਂਟ ਵੱਲੋਂ ਇਹ ਡਿਸੀਜ਼ਨ ਲਿੱਤਾ ਗਿਆ? ਜਿਵੇਂ ਕਿ ਅਮਨ ਤੁਸੀਂ ਜਿਵੇਂ ਗੱਲ ਆਪ ਹੀ ਸ਼ੁਰੂ ਕੀਤੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਸਟੇਟਸ ਬਾਰੇ ਵੀ ਇਹ ਕਿੰਨੀ ਇਹਦੀ ਇੱਕ ਵਿਰਾਸਤੀ ਜਿਹੜੀ ਹੈ ਉਹ ਇੱਕ ਯੂਨੀਵਰਸਿਟੀ ਹੈ ਜੀ, ਅਤੇ ਸ਼ਾਇਦ ਹੀ ਹਿੰਦੁਸਤਾਨ ਦੀ ਕੋਈ ਅਜਿਹੀ ਸਟੇਟ ਹੋਵੇ ਜਿਹਦਾ ਵਿਦਿਆਰਥੀ ਜੀ ਜਾਂ ਉਸ ਸਟੇਟ ਦਾ ਕੋਈ ਵੀ ਐਜ਼ ਫੈਕਲਟੀ ਮੈਂਬਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਨਾ ਅਵੇਲੇਬਲ ਹੋਵੇ ਜੀ। ਹੁਣ ਦੂਜਾ ਜਿਹੜਾ ਪ੍ਰਸ਼ਨ ਉਹ ਹੈ ਕਿ ਜਿਹੜਾ ਪੰਜਾਬੀ ਦੇ ਰਿਗਾਰਡਿੰਗ ਹੈ, ਮੈਨੂੰ ਲੱਗਦਾ ਕਿ ਇਸ ਸਵਾਲ ਨੂੰ ਨਿਊ ਐਜੂਕੇਸ਼ਨ ਪਾਲਿਸੀ ਦੇ ਸੰਦਰਭ ਦੇ ਵਿੱਚ ਵੇਖਣ ਦੀ ਲੋੜ ਹੈ ਜੀ। ਪਿਛਲੇ 3-4 ਦਿਨਾਂ ਤੋਂ ਇੱਕ ਬੜਾ ਵੱਡਾ ਇੱਕ ਮਸਲਾ ਜਿਹੜਾ ਉਹ ਖੜਾ ਹੋਇਆ, ਅਤੇ ਤੁਸੀਂ ਜਿਵੇਂ ਆਪਾਂ ਹੁਣ ਗੱਲਬਾਤ ਕਰ ਰਹੇ ਹਾਂ, ਅਤੇ ਮੈਂ ਜਿੰਨੇ ਕੁ ਇਨਪੁਟ ਮੇਰੇ ਕੋਲ ਮੌਜੂਦ ਨੇ ਜਾਂ ਜਿਹੜੇ ਉਹ ਫੈਕਟਸ ਨੇ, ਸਾਨੂੰ ਉਹਦੇ ਬੇਸ 'ਤੇ ਗੱਲ ਕਰ ਲੈਣੀ ਚਾਹੀਦੀ ਜੀ। ਨਿਊ ਐਜੂਕੇਸ਼ਨ ਪਾਲਿਸੀ ਤੁਸੀਂ ਸਾਰੇ ਸਮਝਦੇ ਹੋ ਕਿ ਕੇਂਦਰ ਵੱਲੋਂ ਇੱਕ ਇੰਪਲੀਮੈਂਟ ਕੀਤੀ ਜਾ ਰਹੀ ਹੈ, ਅਤੇ ਯੂਨੀਵਰਸਿਟੀਆਂ ਕਿਸੇ ਹੱਦ ਤੱਕ ਜਿਹੜੀਆਂ ਨੇ ਉਹ ਕਿਸੇ ਹੱਦ ਤੱਕ ਕਹਿ ਲਓ, ਜਾਂ ਉਹਨਾਂ ਦੇ ਉੱਤੇ ਇੱਕ ਹੈਗੀ ਹੈ ਕਿ ਇੱਕ ਰਾਈਡਰ ਹੈ ਉਹਨਾਂ ਦੇ ਉੱਪਰ ਕਿ ਉਹਨਾਂ ਨੇ ਇਹਨੂੰ ਇੰਪਲੀਮੈਂਟ ਕਰਨਾ, ਸਟੇਟਸ ਨੇ ਕਰਨਾ। ਇਹ ਮੁੱਦਾ ਉਸ ਵੇਲੇ ਸਾਹਮਣੇ ਆਇਆ ਕਿ ਜਦੋਂ ਅਸੀਂ ਇਹਨਾਂ ਦੀ ਕਮੇਟੀ ਦੀ ਫਾਰਮੂਲੇਸ਼ਨ ਕਰਨ ਲੱਗੇ ਜਾਂ ਇਹਨੂੰ ਇੰਪਲੀਮੈਂਟ ਕਰਨ ਲੱਗੇ, ਅਤੇ ਸਾਰੇ ਸਿਲੇਬਸ ਕਿਉਂਕਿ ਨਵੇਂ ਬਣਾਏ ਜਾਣੇ ਸੀ, ਅਤੇ ਉਹਨਾਂ ਸਿਲੇਬਸ ਦੇ ਵਿੱਚ ਜਿਹੜਾ ਪੰਜਾਬੀ ਵਾਲਾ ਇਸ਼ੂ ਕਿਵੇਂ ਆਇਆ ਕਿ ਬੋਰਡ ਆਫ ਸਟੱਡੀਜ਼ ਨੇ, ਪੰਜਾਬੀ ਜਿਹੜੇ ਲੈਂਗੁਏਜਿਸ ਜਾਂ ਪੰਜਾਬੀ ਦੇ ਬੋਰਡ ਆਫ ਸਟੱਡੀਜ਼ ਨੇ ਰਿਕਮੈਂਡ ਕੀਤਾ ਕਿ ਪੰਜਾਬੀ ਜਿਹੜੀ ਹੈ ਇਹ ਪਹਿਲਾਂ ਦੀ ਤਰ੍ਹਾਂ ਹੀ
ਜਿਵੇਂ ਲਾਜ਼ਮੀ ਦੇ ਤੌਰ ਦੇ ਉੱਤੇ ਚੱਲ ਰਹੀ ਹੈ, ਇਹਨੂੰ ਉਸੇ ਤਰ੍ਹਾਂ ਹੀ ਇਸ ਨਵੇਂ ਸੈਟਅਪ ਦੇ ਵਿੱਚ, ਨਵੇਂ ਕੋਰਸ ਕੈਰੀਕੂਲਮ ਦੇ ਵਿੱਚ ਇਹਨੂੰ ਉੱਥੇ ਫਿੱਟ ਕਰ ਦਿੱਤਾ ਜਾਵੇ। ਬੋਰਡ ਵੱਲੋਂ ਪੰਜਾਬ ਜਿਹੜਾ ਅੰਡਰ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਬੋਰਡ ਹੈ, ਉਹਨਾਂ ਵੱਲੋਂ ਯੂਨਾਨੀਮਸ ਜਿਹੜੀ ਹੈ ਇਹ ਸਟੇਟਮੈਂਟ ਹੈ। ਫਿਰ ਉੱਥੋਂ ਪਾਸ ਹੁੰਦਾ ਇਹ ਫੈਕਲਟੀ ਦੇ ਵਿੱਚ ਜਿਹੜਾ ਇਹ ਡਿਸੀਜਨ ਆਉਂਦਾ। ਇਹ ਗੱਲ ਠੀਕ ਹੈ ਕਿ ਫੈਕਲਟੀ ਦੇ ਵਿੱਚ ਡੈਲੀਬਰੇਸ਼ਨ ਹੁੰਦੀ ਹੈ, ਕਿਉਂਕਿ ਫੈਕਲਟੀ ਆਫ ਦੀ ਲੈਂਗੁਏਜਿਸ ਹੈ, ਉਹਦੇ ਵਿੱਚ ਹੋਰ ਸਾਰੀਆਂ ਜ਼ਬਾਨਾਂ ਦੇ ਵੀ ਵਿਦਵਾਨ, ਪ੍ਰੋਫੈਸਰ ਸਾਹਿਬਾਨ, ਯੂਨੀਵਰਸਿਟੀ ਦੇ ਪ੍ਰੋਫੈਸਰ, ਕਾਲਜਿਸ ਦੇ ਟੀਚਰਸ, ਉਹ ਸਾਰੇ ਉੱਥੇ ਨਾਲ ਉਹਦੇ ਨੇ। ਉਹਦੇ ਵਿੱਚ ਕਿਸੇ ਹੱਦ ਤੱਕ ਹੋਰ ਜ਼ਬਾਨਾਂ ਨੂੰ ਵੀ ਅਕਮੋਡੇਟ ਕਰਨ ਵਾਸਤੇ, ਹਿੰਦੀ ਵਾਸਤੇ ਵੀ, ਅੰਗਰੇਜ਼ੀ ਵਾਸਤੇ ਵੀ ਮੁੱਦਾ ਉੱਠਿਆ। ਅਤੇ ਸ਼ਾਇਦ ਇੱਥੇ ਗੱਲ ਮੰਨਣ 'ਚ ਕੋਈ ਸਾਨੂੰ ਫਰਜ਼ ਨਹੀਂ ਹੋਣਾ ਚਾਹੀਦਾ ਕਿ ਉੱਥੇ ਇਸ਼ੂ ਆਇਆ ਕਿ ਪੰਜਾਬੀ ਨੂੰ ਇੱਕ ਆਪਸ਼ਨਲ ਦੇ ਤੌਰ 'ਤੇ ਲਿਆਓ, ਦੂਜੀਆਂ ਜ਼ਬਾਨਾਂ ਨਾਲ ਪ੍ਰਮੋਟ ਕਰੋ। ਬਟ ਉਸ 'ਤੇ ਵੀ ਸਾਡੇ ਜਿਹੜੇ ਪੰਜਾਬੀ ਦੇ ਸੁਹਿਰਦ ਬੰਦੇ ਜਿਹੜੇ ਉਸ ਫੈਕਲਟੀ ਦੇ ਮੀਟਿੰਗ 'ਚ ਬੈਠੇ ਸੀ, ਟੀਚਰ ਬੈਠੇ ਸੀ, ਉਹਨਾਂ ਨੇ ਇਸ ਗੱਲ ਦੇ ਵਿੱਚ ਪਹਿਰਾ ਦਿੱਤਾ। ਅਤੇ ਉੱਥੋਂ ਵੀ ਯੂਨਾਨੀਮਸ ਰਿਕਮੈਂਡ ਹੋਇਆ ਕਿ ਪੰਜਾਬੀ ਜਿਹੜੀ ਹੈ ਕਿਸੇ ਵੀ ਅੰਡਰ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਸਬਜੈਕਟ ਦੇ ਵਿੱਚ ਕਿਤੇ ਵੀ ਇਹਨੂੰ ਜਿਹੜਾ ਸ਼ਿਫਟ ਨਹੀਂ ਕੀਤਾ ਜਾਏਗਾ। ਇਹ ਲਾਜ਼ਮੀ ਦੇ ਤੌਰ ਦੇ ਉੱਤੇ ਹੀ ਇੱਕ ਵੱਖਰੇ ਕਾਲਮ ਦੇ ਤੌਰ ਦੇ ਵਿੱਚ ਰੱਖ ਕੇ ਇਹਨੂੰ ਪੜ੍ਹਾਇਆ ਜਾਏਗਾ। ਉਹਦੇ 'ਚੋਂ ਪਾਸ ਹੋ ਕੇ ਆਇਆ। ਜਿਹੜਾ ਹੁਣ ਅੱਗੋਂ ਜਿਹੜੀ ਕਮੇਟੀ ਬਣੀ ਹੋਈ ਹੈ ਦੈਟ ਇਜ਼ ਰਿਗਾਰਡਿੰਗ ਜਿਹੜੀ ਸਿਲੇਬਾਈ ਬਣਾ ਰਹੀ ਹੈ ਇਸ ਕੋਰਸ ਦਾ, ਨਿਊ ਐਜੂਕੇਸ਼ਨ ਪੋਲਿਸੀ ਦਾ, ਉਹਦੇ ਵਿੱਚ ਜਦੋਂ ਜਿਹੜੀ ਟੀਮ ਕੰਮ ਕਰ ਰਹੀ ਹੈ, ਜਿਹੜੇ ਇੰਚਾਰਜ ਨੇ ਜਾਂ ਜਿਹਨਾਂ ਨੂੰ ਨਾਲ ਜੋੜਿਆ ਗਿਆ, ਜਿਹੜੇ ਐਸੋਸੀਏਟਿਡ ਨੇ, ਜੇ ਆਪਾਂ ਇਹ ਕਹੀਏ ਕਿ ਉਹਨਾਂ ਨੇ ਵੀ ਲਗਾਤਾਰ ਇਹ 'ਤੇ ਕੰਮ ਕਰ ਰਹੇ। ਮੈਂ ਖਾਲੀ ਪੰਜਾਬੀ ਦੀ ਗੱਲ ਨਹੀਂ ਕਰ ਰਿਹਾ ਇਸ ਵੇਲੇ, ਮਤਲਬ ਇਹ ਸਾਰੀ ਪੋਲਿਸੀ ਨੂੰ ਅਕੋਮੋਡੇਟ ਕਰਨ ਵਾਸਤੇ, ਦੂਜੇ ਸਬਜੈਕਟਸ ਨੂੰ ਵੀ ਨਾਲ ਲੈ ਕੇ ਚਲਾਉਣ ਵਾਸਤੇ ਦਿਨ ਰਾਤ ਜੇ ਮੈਂ ਕਹਾਂ ਕੰਮ ਕਰ ਰਹੇ, ਅਤੇ ਉਹ ਕੰਮ ਕਰ ਰਹੇ। ਉਹਦੇ ਵਿੱਚ ਕੀ ਦਿੱਕਤ ਹੋਈ ਕਿ ਸਾਡੇ ਕੋਲ ਜੋ ਮੈਨੂੰ ਲੱਗਦਾ ਜਿੱਥੇ ਉਹ ਪ੍ਰੋਬਲਮ ਆਈ, ਉਹ ਆਈ ਹੈ ਕਿ ਅਸੀਂ ਇਸ ਪੋਲਿਸੀ ਨੂੰ, ਨਿਊ ਐਜੂਕੇਸ਼ਨ ਪੋਲਿਸੀ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੜੀ ਜਲਦੀ ਦੇ ਨਾਲ, ਬਿਨਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਐਗਜ਼ੈਕਟ ਫਾਰਮੇਸ਼ਨ ਦੇ, ਹੈ ਨਾ, ਬਿਨਾਂ ਇੱਕ ਖਾਕੇ ਦੇ ਅਸੀਂ ਉਹਨੂੰ ਇੰਪਲੀਮੈਂਟ ਕਰਨਾ ਸ਼ੁਰੂ ਕੀਤਾ। ਉਹਦੇ ਵਿੱਚ ਜਿੰਨੀਆਂ ਡੈਲੀਬਰੇਸ਼ਨ ਹੋਈਆਂ, ਉਹਦੇ ਵਿੱਚ ਪਹਿਲੀ ਸਟੇਜ 'ਤੇ ਕਿਤੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਫੈਕਲਟੀ ਦੇ ਵਿੱਚ ਵੀ ਇਸ਼ੂ ਉੱਠਿਆ, ਉਹਨਾਂ ਨੂੰ ਲੱਗਿਆ ਕਿ ਇਹਨੂੰ ਜਿਹੜੀ ਪੰਜਾਬੀ ਜ਼ਬਾਨ ਜਿਹੜੀ ਹੈ ਇਹਨੂੰ ਲਾਜ਼ਮੀ ਦੀ ਬਜਾਏ ਉਹਨੂੰ ਮਾਈਨਰ 'ਚ ਲੈ ਜਾਈਏ। ਉੱਥੇ ਫਿਰ ਨਾਲ ਆਇਆ ਕਿ ਇਹਨੂੰ ਅਬਿਲਿਟੀ ਇਨਹਾਂਸਮੈਂਟ ਦੇ ਅੰਡਰ ਲੈ ਜਾਈਏ, ਹੈ ਨਾ, ਵੀ ਉਹਨੂੰ ਕਿਤੇ ਉੱਪਰ ਥੱਲੇ ਵੀ ਇਹਦੇ ਕ੍ਰੈਡਿਟ ਕਰਕੇ, ਮਤਲਬ ਮੈਂ ਨਹੀਂ ਕਹਿ ਸਕਦਾ ਕਿ ਘਟਾਏ ਜਾਣ, ਉਹਨਾਂ ਦੇ ਮਨ 'ਚ ਨਹੀਂ ਹੋਏਗਾ, ਬਟ ਉਸ ਫਾਰਮੈਟ ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਇਹਨੂੰ, ਮਤਲਬ ਇਹ ਗੱਲ ਸੀਗੀ ਕਿ ਸ਼ਾਇਦ ਹੈ ਲਾਜ਼ਮੀ ਦੇ ਤੌਰ ਦੇ ਉੱਪਰ ਨਹੀਂ ਆ ਪਾਏਗੀ, ਕਿਉਂਕਿ ਜਿਹੜੇ ਪਿੱਛੋਂ ਫੈਕਲਟੀ 'ਚ ਪਾਸ ਕਰਵਾ ਕੇ ਸਾਰੇ ਲਿਆਏ ਸੀ, ਜਾਂ ਜਿਨ੍ਹਾਂ ਨੂੰ ਚੀਜ਼ ਦਾ ਇਲਮ ਸੀ ਇੱਦਾਂ ਹੋ ਰਿਹਾ, ਉਹਦੇ 'ਤੇ ਡਟ ਕੇ ਪਹਿਰਾ ਦੇ ਰਹੇ ਸੀ। ਅਤੇ ਉਹ ਡਾਕੂਮੈਂਟ ਵੀ ਮੌਜੂਦ ਨੇ, ਜਿਹਦੇ 'ਚ ਮਾਈਨਰ ਵਾਲਾ ਹੈ, ਉਹਦੇ 'ਚ ਸਾਨੂੰ ਮੰਨਣ ਤੋਂ ਗੁਰੇਜ਼ ਨਹੀਂ ਹੋਣਾ ਚਾਹੀਦਾ। ਜਿਹੜੀ ਫਿਰ ਸਿੰਡੀਕੇਟ ਦੇ ਵਿੱਚ ਜਦੋਂ ਇਹ ਮੈਟਰ ਆਉਂਦਾ, ਜਿਹੜੀ 27 ਮਈ ਨੂੰ ਸਿੰਡੀਕੇਟ ਸੀ, ਉਹਦੇ ਵਿੱਚ ਜਦੋਂ ਇਹ ਇਸ਼ੂ ਆਇਆ, ਉਹਦੇ ਵਿੱਚ ਕੀ ਹੈ ਕਿ ਸਿਰਫ ਜਿਹੜੇ ਪਹਿਲੇ ਸਾਲ ਦਾ ਸਿਲੇਬਸ ਹੈ ਸਾਰੀ ਕਲਾਸਾਂ ਦਾ, ਉਹਦੇ ਵਿੱਚ ਬਣ ਕੇ ਆਇਆ, ਜਿਹਦੇ ਵਿੱਚ ਇਹ ਲਾਜ਼ਮੀ ਦੇ ਤੌਰ ਦੇ ਉੱਤੇ ਸੀ। ਹੁਣ ਸਿੰਡੀਕੇਟ ਦੇ ਵਿੱਚ ਮੈਂ ਆਪ, ਮਤਲਬ ਉਹਦੀ ਵੀਡੀਓਗ੍ਰਾਫੀ ਮੌਜੂਦ ਹੈ, ਉਹਦੇ ਵਿੱਚ ਵਾਈਸ ਚਾਂਸਲਰ ਨੂੰ ਐਡਰੈਸ ਕਰਕੇ ਕਿਹਾ ਕਿ ਇਹ ਸਿੰਡੀਕੇਟਸ ਦਾ, ਪੂਰੇ ਪੰਜਾਬੀ ਹਿਤੈਸ਼ੀਆਂ ਦਾ ਜਿਹੜਾ ਇਹ ਇੰਟਰਸਟ ਹੈ ਕਿ ਪੰਜਾਬੀ ਜਿਹੜੀ ਲਾਜ਼ਮੀ ਦੇ ਤੌਰ ਦੇ ਉੱਪਰ ਰਵੇ, ਅਤੇ ਉਹਨਾਂ ਨੇ ਇਨਸ਼ੋਰ ਕੀਤਾ ਕਿ ਮੈਨੂੰ ਇਸ ਚੀਜ਼ ਦਾ ਅਹਿਸਾਸ ਹੈ ਅਤੇ ਪੰਜਾਬੀ ਲਾਜ਼ਮੀ ਦੇ ਤੌਰ ਦੇ ਉੱਪਰ ਰਹੇਗੀ। ਪਰ ਸਿੰਡੀਕੇਟ ਦੀ ਜਿਹੜੀਆਂ ਪ੍ਰੋਸੀਡਿੰਗਸ ਨੇ, ਜਾਂ ਉਹਨਾਂ ਵਿੱਚ ਜਿਹੜਾ ਏਜੰਡਾ ਸਿਰਫ ਫਸਟ ਈਅਰ ਦਾ ਸੀ। ਸੈਕਿੰਡ ਈਅਰ, ਥਰਡ ਈਅਰ ਜਿਹੜਾ ਹੁਣ ਨਵਾਂ 4th ਈਅਰ ਸ਼ਾਇਦ ਆਪਾਂ ਇੰਟਰੋਡਿਊਸ ਕਰ ਰਹੇ ਹਾਂ, ਕਿਉਂਕਿ ਜਿਹੜੀ ਹੁਣ ਹੈ ਅੰਡਰ ਗ੍ਰੈਜੂਏਟ ਡਿਗਰੀ ਵੀ ਉਹਦੀਆਂ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ 4 ਸਾਲ ਦੀ ਹੋਣ ਜਾ ਰਹੀ ਹੈ ਨਾ, ਉਹਦੇ ਬਾਰੇ ਵੀ ਡੈਲੀਬਰੇਸ਼ਨ ਚੱਲ ਰਹੀ ਹੈ। ਉਹਨਾਂ ਦੇ ਵਿੱਚ ਉਹ ਬਣ ਕੇ ਨਹੀਂ ਸੀ ਹੋਇਆ, ਜਿੱਥੇ ਮੈਂ ਸਮਝਦਾ ਕਿ ਕੋਤਾਹੀ ਹੈ ਕਿ ਜਦੋਂ ਵੀ ਅਸੀਂ ਕੋਈ ਚੀਜ਼ ਨੂੰ, ਪਾਲਿਸੀ ਨੂੰ ਪਾਸ ਕਰ ਰਹੇ ਹਾਂ, ਅਤੇ ਉਹ ਇੱਕ ਪੂਰੀ 4 ਈਅਰ ਦੀ ਬਣ ਕੇ ਆਉਣੀ ਚਾਹੀਦੀ ਸੀ। ਉਹਨਾਂ ਨੂੰ ਇਹ ਲੱਗਿਆ ਕਿ ਕਿਉਂਕਿ ਆਪਾਂ ਹੁਣ ਕਮੇਟੀ ਕਿੰਨਾ ਕੁ ਕੰਮ ਕਰ ਸਕਦੀ ਹੈ, ਜਦੋਂ ਆਪਾਂ ਕੰਮ, ਸਾਰਿਆਂ ਨੂੰ ਪਤਾ ਹੈ ਕਿ ਹਾਲੇ ਸ਼ਾਇਦ ਇਸ ਪੱਖ ਤੋਂ ਪੰਜਾਬ ਯੂਨੀਵਰਸਿਟੀ ਹੋਏਗੀ ਜਿਹੜੀਆਂ ਲੋਕਲ, ਜਿਹੜੀਆਂ ਸਾਡੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ, ਜਿਹੜੀਆਂ ਕਿ ਨਿਊ ਐਜੂਕੇਸ਼ਨ ਪੋਲਿਸੀ ਨੂੰ ਇੱਦਾਂ ਪੂਰੇ ਰੂਪ 'ਚ ਲਾਗੂ ਕਰ ਰਹੀ ਹੈ। ਪੰਜਾਬੀ ਯੂਨੀਵਰਸਿਟੀ, ਜਿੰਨਾ ਕੁ ਮੈਨੂੰ ਜਾਣਕਾਰੀ ਹੈ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਇਸ ਸਾਲ ਤੋਂ ਇੰਪਲੀਮੈਂਟ ਨਹੀਂ ਹੋ ਰਹੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਹੈ ਉਹ ਇਹਨੂੰ ਫੇਜ਼ਡ ਮੈਨਰ ਦੇ ਵਿੱਚ ਜਿਹੜੀ ਉਹ ਇੰਪਲੀਮੈਂਟ ਕਰਨ ਬਾਰੇ ਕਰ ਰਹੀ ਹੈ, ਜਾਂ ਉਹਨਾਂ ਨੇ PG ਕੋਰਸਿਸ ਵਿੱਚ ਕੀਤਾ।
ਸਾਡੇ ਵੀ ਕਾਲਜਿਸ ਦਾ ਸਟੈਂਡ ਜਿਹੜਾ ਸੀ, ਮੇਰੇ ਨਾਲ ਹੋਰ ਦੋ ਜਿਹੜੇ ਕਾਲਜਿਸ ਨਾਲ ਸੰਬੰਧਿਤ ਟੀਚਰਸ ਜਾਂ ਪ੍ਰਿੰਸੀਪਲ ਸੀਗੇ, ਉਹਨਾਂ ਦਾ ਇਹੀ ਸਟੈਂਡ ਸੀ ਕਿ ਅਸੀਂ ਇਸ ਪਾਲਿਸੀ ਵਾਸਤੇ ਹਾਲੇ ਪੂਰਨ ਰੂਪ ਦੇ ਵਿੱਚ ਤਿਆਰ ਨਹੀਂ ਹਾਂ। ਅਸੀਂ ਹੁਣ ਵੀ ਨਹੀਂ ਹਾਂ। ਯੂਨੀਵਰਸਿਟੀ ਨੂੰ ਵੀ ਯੂਨੀਵਰਸਿਟੀ ਕੋਲ ਵੀ ਅੱਜ ਦੀ ਤਰੀਕ ਦੇ ਵਿੱਚ ਇਹ ਡਾਕੂਮੈਂਟ ਕੋਈ ਵੀ ਪੂਰੀ ਫਾਰਮ ਜਿਹੜੀ ਹੈ ਇਹ ਪਾਲਿਸੀ ਦੇ ਤੌਰ ਦੇ ਉੱਤੇ ਮੌਜੂਦ ਨਹੀਂ ਹੈ। ਤੇ ਸਾਡੇ ਜਿਹੜੇ ਸਟੇਕ ਹੋਲਡਰਸ ਨੇ, ਜਿਨ੍ਹਾਂ ਸਟੂਡੈਂਟਸ ਨੇ ਪੜ੍ਹਨ ਆਉਣਾ, ਉਹਨਾਂ ਨੂੰ ਇਸ ਵੇਲੇ ਵੀ ਅਸੀਂ ਟੀਚਰ ਵੀ ਨਹੀਂ ਦੱਸ ਪਾ ਰਹੇ ਕਿ ਤੁਸੀਂ ਕਿਸ ਕੋਰਸ ਦਾਖਲਾ ਲਵੋਗੇ। ਤੁਸੀਂ ਆਪਣਾ ਆਨਰਸ ਵਾਲੀ ਡਿਗਰੀ ਕਰਨੀ ਹੈ, ਤੁਸੀਂ 3rd ਈਅਰ ਵਾਲੀ ਡਿਗਰੀ ਕਰਨੀ ਹੈ, ਜਾਂ ਕੋਰਸਿਸ ਕਿਸ ਬਾਸਕਟ ਦੇ ਵਿੱਚ ਆ ਰਹੇ ਆ, ਸਾਨੂੰ ਅੱਜ ਤੱਕ ਉਹ ਡਾਕੂਮੈਂਟ ਜਿਹੜੇ ਅਵੇਲੇਬਲ ਨਹੀਂ। ਹਾਂ, ਇੱਕ ਗੱਲ ਬੜੀ ਜ਼ਰੂਰ ਹੈ ਕਿ ਉਹ ਸਿੰਡੀਕੇਟ ਦੇ ਵਿੱਚ ਵੀ ਹੋ ਗਿਆ ਸੀ ਤੇ ਕਿ ਪੰਜਾਬੀ ਜਿਹੜੀ ਉਹ ਲਾਜ਼ਮੀ ਦੇ ਤੌਰ ਤੇ ਰਹੇਗੀ। ਬਾਅਦ ਦੇ ਵਿੱਚ ਜਿਹੜੀ ਆ ਇਸ ਵੇਲੇ ਚੱਲ ਰਿਹਾ ਵੀ ਉਹ ਨਾ ਹੋਵੇ, ਉਹ ਮਨ ਦੇ ਵਿੱਚ ਇੱਕ ਖਦਸ਼ਾ ਸਾਰਿਆਂ ਦੇ ਜ਼ਰੂਰ ਹੈ। ਉਹ ਸਿੰਡੀਕੇਟ ਮੀਟਿੰਗ ਤੋਂ ਬਾਅਦ ਪਲੱਸ ਇਹ ਚੀਜ਼ ਫਲੇਅਰ ਅਪ ਹੋਣ ਤੋਂ ਬਾਅਦ ਇੱਕ ਗੱਲ ਪੱਕੀ ਹੈ ਕਿ ਉਹਦੇ ਤੇ ਕੰਮ ਜ਼ਿਆਦਾ ਰਿਗਰਸਲੀ ਹੋਣਾ ਸ਼ੁਰੂ ਹੋ ਗਿਆ। ਲਗਾਤਾਰ ਉੱਥੇ ਮੀਟਿੰਗਾਂ ਚੱਲ ਰਹੀਆਂ, ਬਟ ਅੱਜ ਜਦੋਂ ਆਪਾਂ ਬੈਠੇ ਗੱਲ ਕਰ ਰਹੇ ਹਾਂ, ਅੱਜ ਵੀ ਪੰਜਾਬੀ ਕੰਪਲਸਰੀ ਵਾਲਾ ਭਾਵੇਂ ਡਾਕੂਮੈਂਟ ਅਵੇਲੇਬਲ ਨਹੀਂ, ਬਟ ਮੈਂ ਕਿਉਂਕਿ ਉੱਥੇ ਉਹਨਾਂ ਨਾਲ ਗੱਲ ਕੀਤੀ ਹੈ ਜਾਂ ਉਹਨਾਂ ਨੇ ਜੋ ਇੰਸ਼ੋਰੈਂਸ ਦਿੱਤੀ ਹੈ ਉਹਦੇ ਅਕੋਰਡਿੰਗ 3 ਤਰੀਕ ਦੀ ਜਿਹੜੀ ਸੈਨੇਟ ਦੀ ਮੀਟਿੰਗ ਹੈ ਉਸ ਤੋਂ ਪਹਿਲਾਂ ਜਿਹੜਾ ਹੈ ਇਹ ਸਬਜੈਕਟ ਦੀ ਪੂਰੀ ਪਾਲਿਸੀ ਬਣ ਕੇ ਹੈ ਉਹ ਸੈਨੇਟ ਦੀ ਮੀਟਿੰਗ ਦੇ ਵਿੱਚ ਆ ਜਾਏਗੀ। ਤੇ ਇਹ ਗੱਲ ਤੁਸੀਂ ਕਹਿ ਸਕਦੇ ਹੋ ਕਿ ਇਹ ਸ਼ੋਡ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਹਰ ਸਬਜੈਕਟ ਦੇ ਵਿੱਚ ਜਿਵੇਂ ਪਹਿਲਾਂ ਚੱਲ ਰਹੀ ਸੀ ਲਾਜ਼ਮੀ ਦੇ ਤੌਰ ਦੇ ਉੱਪਰ ਹੀ ਚੱਲਦੀ ਰਹੇਗੀ। ਕੇਂਦਰ ਸਰਕਾਰ ਦੇ ਰੋਲ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਪਹਿਲਾਂ ਜੇ ਗੱਲ ਕੀਤੀ ਜਾਵੇ ਆਕਾਸ਼ਵਾਣੀ ਦਾ ਪ੍ਰਸਾਰਣ ਸੀ ਉਹ ਹਟਾਇਆ ਗਿਆ ਪੰਜਾਬੀ ਭਾਸ਼ਾ ਦੇ ਵਿੱਚ, ਔਰ ਇੱਕ ਗੱਲ ਦੂਜੀ ਵਾਰ ਜਦੋਂ ਮੋਦੀ ਸਰਕਾਰ ਬਣੀ ਹੈ ਉਹਨਾਂ ਦਾ ਇਹ ਗੱਲ ਕਹਿਣਾ ਕਿ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਜਿਹੜੀ ਗੱਲ ਕਈ ਲੀਡਰਾਂ ਵੱਲੋਂ ਇਹ ਬਿਆਨ ਵੀ ਆਉਂਦੇ ਨੇ। ਵੇਖਿਆ ਜਾਂਦਾ ਕਿ ਖੇਤਰੀ ਭਾਸ਼ਾਵਾਂ ਦੀ ਜੇ ਗੱਲ ਕੀਤੀ ਜਾਵੇ ਬਾਕੀ ਸੂਬਿਆਂ ਦੇ ਵਿੱਚ ਇੰਨੀ ਮਨਾਹੀ ਨਹੀਂ, ਪਰ ਪੰਜਾਬੀ ਦੇ ਪਿੱਛੇ ਹੀ ਕਿਉਂ ਪੈਂਦੇ ਨੇ ਲੋਕ? ਕਿਉਂਕਿ ਦੇਖਿਆ ਜਾਂਦਾ ਕਿ ਪੰਜਾਬ ਸਰਕਾਰ ਬੇਸ਼ੱਕ ਇਹ ਗੱਲ ਕਹਿ ਰਹੀ ਹੈ ਕਿ ਪੰਜਾਬੀ ਨੂੰ ਚਾਹੇ ਸਾਈਨ ਬੋਰਡ ਹੋਣ ਜਾਂ ਬਾਕੀ ਸਬਜੈਕਟਸ ਦੇ ਨਾਲ ਲਾਜ਼ਮੀ ਕੀਤਾ ਜਾਵੇ, ਪਰ ਕੇਂਦਰ ਸਰਕਾਰ ਦਾ ਤੁਸੀਂ ਰੋਲ ਕਿਵੇਂ ਵੇਖਦੇ ਹੋ ਕਿ ਜਿਹੜਾ ਇਹ ਕੁਝ ਹੋ ਰਿਹਾ ਵਾ ਪੰਜਾਬ ਯੂਨੀਵਰਸਿਟੀ ਦੇ ਵਿੱਚ? ਕਿਉਂਕਿ ਪਹਿਲਾਂ ਵੀ ਇਹ ਇਲਜ਼ਾਮ ਲੱਗੇ ਸਨ ਕੇਂਦਰ ਸਰਕਾਰ ਤੇ ਕਿ ਉਹ ਕਿਤੇ ਨਾ ਕਿਤੇ ਟੇਕ ਓਵਰ ਕਰਨਾ ਚਾਹੁੰਦੀ ਹੈ ਇਹਨਾਂ ਯੂਨੀਵਰਸਿਟੀਜ਼ ਨੂੰ ਜਿਹੜੀਆਂ ਚੰਡੀਗੜ੍ਹ ਦੇ ਨਾਲ, ਕਿਉਂਕਿ ਚੰਡੀਗੜ੍ਹ ਤੇ ਪੰਜਾਬ ਦਾ ਮਸਲਾ ਜਿਹੜਾ ਸ਼ੁਰੂ ਤੋਂ ਹੀ ਇਹ ਪੁਰਾਣਾ ਮਸਲਾ ਹੈ। ਕਿਉਂਕਿ ਇਖਤਿਆਰੀ ਹੱਕ ਦੀ ਜੇ ਗੱਲ ਕੀਤੀ ਜਾਵੇ, ਪੰਜਾਬ ਕਹਿੰਦਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ, ਔਰ ਕੇਂਦਰ ਕਹਿੰਦੀ ਹੈ ਕਿ ਸਾਡਾ ਸ਼ਾਸਨ ਉਹਦੇ ਉੱਪਰ ਰਹੇਗਾ। ਤੁਸੀਂ ਉਸ ਨੂੰ ਕਿਵੇਂ ਵੇਖਦੇ ਹੋ ਕਿ ਇਹ ਜੋ ਕੁਝ ਵੀ ਵਰਤਾਰਾ ਵਾਪਰ ਰਿਹਾ, ਚਾਹੇ ਪੰਜਾਬੀ ਨੂੰ ਹਟਾਉਣ ਦੀ ਗੱਲ ਹੋਵੇ ਜਾਂ ਲਾਜ਼ਮੀ ਕਰਨ ਦੀ ਗੱਲ ਹੋਵੇ, ਕੇਂਦਰ ਸਰਕਾਰ ਦਾ ਰੋਲ ਉਹਦੇ ਵਿੱਚ ਕਿੰਨਾ ਕੁ ਅਹਿਮ ਹੈ? ਜਿੱਥੋਂ ਤੱਕ ਤਾਂ ਕੇਂਦਰ ਸਰਕਾਰ ਦੀ, ਸੈਂਟਰਲ ਗਵਰਨਮੈਂਟ ਦੀ ਗੱਲ ਹੈ, ਹੁਣ ਨਿਊ ਐਜੂਕੇਸ਼ਨ ਪਾਲਿਸੀ ਕੇਂਦਰ ਦੇ ਕਰਕੇ ਇੰਪਲੀਮੈਂਟ ਹੋ ਰਹੀ ਹੈ ਜੀ, ਬਟ ਇਹ ਵੀ ਨਾਲ ਠੀਕ ਹੈ ਕਿ ਕੋਈ ਵੀ ਇਸ ਚੀਜ਼ ਨੂੰ ਇੰਪਲੀਮੈਂਟ ਕਰਨ ਵਾਸਤੇ ਕੋਈ ਵੀ ਖਾਸ ਫਾਈਨੈਂਸ਼ੀਅਲ ਏਡ, ਇਨਫਰਾਸਟ੍ਰਕਚਰ ਦੀ ਏਡ ਜਿਹੜੀ ਹੈ ਉਹ ਪ੍ਰੋਵਾਈਡ ਨਹੀਂ ਕੀਤੀ ਗਈ। ਨਿਊ ਐਜੂਕੇਸ਼ਨ ਪਾਲਿਸੀ ਨਾਂ ਦੇ ਤੌਰ ਤੇ ਬੜੀ ਵੱਡੀ ਹੈ, ਬਟ ਇਹਦੇ ਨਾਲ ਬੜੀਆਂ ਮੇਜਰ ਚੇਂਜਿਸ ਆਉਣੀਆਂ। ਮੇਜਰ ਚੇਂਜਿਸ ਜਿਹੜੀਆਂ ਮੰਨ ਲਓ ਜੇ ਅਸੀਂ ਕਿਸੇ ਨਵੀਂ ਚੀਜ਼ ਨੂੰ ਲੈਣ ਨੂੰ ਤਿਆਰ ਹਾਂ ਤੇ ਜਦੋਂ ਸਾਡੇ ਜਿੱਥੇ ਇੰਪਲੀਮੈਂਟ ਹੋਣੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈ ਕੀ ਹੈ ਉਹਦਾ। ਜਿਵੇਂ ਮੰਨ ਲਓ ਅਸੀਂ ਯੂਨੀਵਰਸਿਟੀ ਵੱਲੋਂ ਕਾਲਜਿਸ ਵਿੱਚ ਲੈ ਕੇ ਜਾਣੀ, ਠੀਕ ਹੈ, ਕਾਲਜਿਸ ਨੂੰ ਟਾਈਮ ਰਹਿੰਦਿਆਂ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਇਹਨੂੰ 2000 ਜਿਵੇਂ ਅੱਜ 22 'ਚ ਬੈਠਾ ਜਾਂ 23 'ਚ ਬੈਠਾ ਤੇ ਮੈਂ 2024 ਤੋਂ ਲਗਾਉਣਾ। 1 ਸਾਲ ਵਿੱਚ ਮੈਨੂੰ ਕੀ ਤਿਆਰੀ ਦੀ ਲੋੜ ਹੈ, ਮੈਨੂੰ ਬਿਲਡਿੰਗ ਜਾਂ ਇਨਫਰਾਸਟ੍ਰਕਚਰ 'ਚ ਕੀ ਚੇਂਜਿਸ ਲੋੜ ਹੈ, ਮੈਨੂੰ ਫੈਕਲਟੀ ਦਾ ਕਿਸ ਤਰ੍ਹਾਂ ਚੇਂਜ ਕਰਨਾ, ਕੋਈ ਮੇਰਾ ਵਰਕਲੋਡ ਸਾਡਾ ਵਧੇਗਾ ਜਾਂ ਕੋਈ ਬੰਦਾ ਸਰਪਲਸ ਹੋਏਗਾ, ਜਾਂ ਸਬਜੈਕਟਸ ਕਿਵੇਂ ਇੰਟਰੋਡਿਊਸ ਹੋਣਗੇ, ਜਾਂ ਮੰਨ ਲਓ ਅੱਜ 15 ਮਈ ਤੋਂ ਕਾਲਜ ਵਿੱਚ ਐਡਮਿਸ਼ਨ ਸ਼ੁਰੂ ਹੋਈਆਂ ਕੀ ਕੋਈ ਕਾਲਜ ਆਪਣੇ ਸਟੂਡੈਂਟ ਨੂੰ ਇਸ ਵੇਲੇ ਦੱਸਣ ਲਈ ਇਹ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਉਹਦੇ ਕੋਲ ਪੂਰੀ ਇਨਫੋਰਮੇਸ਼ਨ ਹੈ ਕਿ ਹਾਂ ਇਹ ਪਾਲਿਸੀ ਇਸ ਰੂਪ ਦੇ ਵਿੱਚ ਆ ਰਹੀ ਹੈ? ਕੀ ਯੂਨੀਵਰਸਿਟੀ ਵੱਲੋਂ ਕੋਈ ਡਾਕੂਮੈਂਟ ਪ੍ਰੋਵਾਈਡ ਕਰ ਦਿੱਤਾ ਗਿਆ? ਮਿਹਨਤ ਤਾਂ ਬੜੀ ਕਰ ਰਹੇ ਨੇ, ਬਟ ਤੁਸੀਂ ਉਹ ਜਿਹੜੇ ਕਰ ਵੀ ਰਹੇ ਨੇ ਉਹਨਾਂ ਕੋਲੋਂ ਵੀ 1 ਸਾਲ ਦਾ ਕੰਮ ਤੁਸੀਂ 7 ਦਿਨ 'ਚ ਕਰਾਉਣਾ ਚਾਹੁੰਦੇ ਹੋ। ਜੋ ਇਹ ਇਸ਼ੂ ਵੀ ਉੱਠਿਆ, ਇਹ ਜੇ ਕਿਤੇ ਇਹਨੂੰ ਪ੍ਰੋਪਰ ਇੱਕ ਪ੍ਰੋਸੈਸ 'ਚੋਂ ਲੰਘਿਆ ਹੁੰਦਾ ਜਾਂ ਇੱਕ ਟਾਈਮ ਲੈ ਕੇ ਹੁੰਦਾ, ਸ਼ਾਇਦ ਇਸ਼ੂ ਫੇਅਰ ਅਪ ਹੀ ਨਹੀਂ ਸੀ ਹੋਣਾ। ਜੇ ਪ੍ਰੋਪਰ ਡੈਲੀਬਰੇਸ਼ਨ ਹੋਈਆਂ ਹੁੰਦੀਆਂ, ਕਮੇਟੀਜ਼ ਕੋਲ ਪ੍ਰੋਪਰ ਸਮਾਂ ਹੁੰਦਾ ਤੇ ਜਿਵੇਂ ਬਣ ਕੇ ਆਇਆ ਹੁਣ ਜੇ ਪਾਲਿਸੀ ਜਿੱਥੇ ਸਿੰਡੀਕੇਟ ਦੇ ਵਿੱਚ 1 ਸਾਲ ਦੀ ਕਿਉਂ ਬਣ ਕੇ ਆਈ? ਕਿਉਂਕਿ ਐਡਮਿਸ਼ਨ ਡੇਜ਼ ਨੇ, ਕਾਲਜਿਸ ਨੂੰ ਟਾਈਮ ਸਿਰ ਦੱਸਣਾ
ਤੇ ਜੇ ਉਹ 3 ਸਾਲ ਦੀ ਬਣ ਕੇ ਜਾਂ 4 ਸਾਲ ਦੀ ਬਣ ਕੇ ਆਈ ਹੁੰਦੀ ਤੇ ਫੁੱਲ ਫਾਰਮ ਚ ਆਣੀ ਸੀ ਤੇ ਇਸ਼ੂ ਫਲੇਅਰ ਪਾਉਣਾ ਹੀ ਨਹੀਂ ਸੀਗਾ। ਇਦਾਂ ਹੀ ਜਦੋਂ ਜਿਸ ਤਰੀਕੇ ਨਾਲ ਆਪਾਂ ਲਗਾ ਰਹੇ ਹਾਂ ਇਹਦੀਆਂ ਹੋਰ ਸਮੱਸਿਆਵਾਂ ਆਉਣਗੀਆਂ। ਗੱਲ ਤੁਸੀਂ ਕੇਂਦਰ ਤੇ ਸਰਕਾਰ ਦੀ ਕੀਤੀ ਸੀ, ਜੇ ਮੈਂ ਕੇਂਦਰ ਦੀ ਗੱਲ ਕੀਤੀ ਹੈ ਤੇ ਇੱਕ ਗੱਲ ਹੋਰ ਦੱਸਾਂ, ਜਿਵੇਂ ਇਹ ਸਰਕਾਰ ਆਈ ਹੈ ਪੰਜਾਬ ਦੀ ਐਜੂਕੇਸ਼ਨ ਦੇ ਮੁੱਦੇ ਦੇ ਉੱਪਰ ਤੇ ਮੈਡੀਕਲ ਦੇ ਮੁੱਦੇ ਤੇ ਆਈ ਹੈ। ਮੈਂ ਮੈਡੀਕਲ ਦੇ ਮੁੱਦੇ ਤੇ ਗੱਲ ਨਹੀਂ ਕਰਦਾ, ਮੈਂ ਸਾਇੰਸ ਉਹਦੀ ਗੱਲ ਨਹੀਂ ਕਰਦਾ, ਬਟ ਐਜੂਕੇਸ਼ਨ ਦੇ ਮੁਹਾਜ਼ ਤੇ ਬੁਰੀ ਤਰ੍ਹਾਂ ਫੇਲ ਹੈ। ਕੋਈ ਵੀ ਮਤਲਬ ਕਿਸੇ ਤਰ੍ਹਾਂ ਦੀ ਵੀ ਰਿਕਰੂਟਮੈਂਟ ਆਫ ਫੈਕਲਟੀ ਕਹਿ ਲਓ, ਕੋਈ ਜਿਵੇਂ ਮੈਂ ਤੁਹਾਨੂੰ ਕਿਹਾ ਕੋਈ ਨਵੀਂ ਪਾਲਿਸੀ ਨੂੰ ਇੰਪਲੀਮੈਂਟ ਕਰਨ ਵਾਸਤੇ ਗ੍ਰਾਂਟ ਦੀ ਗੱਲ ਕਰ ਲਓ, ਕੋਈ ਜਿਵੇਂ ਤੁਸੀਂ ਹੈਰਾਨ ਹੋਵੋਗੇ ਸੁਣ ਕੇ, ਹਰ ਪ੍ਰਾਈਵੇਟ ਕਾਲਜ ਦੇ ਨਾਲ ਗਵਰਨਮੈਂਟ ਕਾਲਜ ਖੋਲੀ ਜਾ ਰਹੇ ਨੇ ਬਿਨਾਂ ਫੈਕਲਟੀ ਤੋਂ ਜੀ। ਮਤਲਬ ਪਹਿਲੇ ਕਾਲਜ ਨੇ ਜਿੱਥੇ ਬਿਲਡਿੰਗ ਹੈਗੀ ਹੈ ਤੇ ਉੱਥੇ ਫੈਕਲਟੀ ਰਿਕਰੂਟਮੈਂਟ ਨਹੀਂ ਕਰਨੀ ਉਹਨਾਂ ਨੇ। ਮਤਲਬ ਉਹਨਾਂ ਦਾ ਇੱਕ ਪਤਾ ਨਹੀਂ ਕੀ ਏਜੰਡਾ ਹੈ, ਮਤਲਬ ਕੀ ਇੰਟਰਸਟ ਹੈ ਕਿ ਬੱਚਿਆਂ ਨੂੰ ਸਿਰਫ ਡਿਗਰੀਜ਼ ਪ੍ਰੋਵਾਈਡ ਕਰਨੀ ਹੈ। ਉਹ ਡਿਗਰੀਜ਼ ਉਹ ਕਿਸ ਮੋਡ ਨਾਲ ਜਾਂਦੀਆਂ ਹੈ, ਟੀਚਰ ਉੱਥੇ ਰਿਕਰੂਟਮੈਂਟ ਹੈ ਜਾਂ ਨਹੀਂ ਹੈ। ਜਿਹੜਾ ਤੁਹਾਡਾ ਸਵਾਲ ਇਹ ਸੀਗਾ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਜੇ ਕਿਸੇ ਚੀਜ਼ ਨੂੰ ਨਵੀਂ ਪਾਲਿਸੀ ਸੱਚੀ ਮੁੱਚੀ ਲਿਆਉਣਾ ਚਾਹੁੰਦੇ ਹੋ ਤੇ ਉਹਨੂੰ ਐਗਜ਼ੈਕਟ ਫਾਰਮ 'ਚ ਲੈ ਕੇ ਆਓ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਬਦਲਣਾ ਪ੍ਰਕਿਰਤੀ ਦਾ ਨਿਯਮ ਹੈ, ਚੇਂਜਸ ਵੀ ਚਾਹੀਦੇ ਨੇ। ਜਿਹੜਾ ਪੁਰਾਣਾ ਜਿੱਥੋਂ ਸ਼ੁਰੂ ਹੋਏ ਸੀ ਅਸੀਂ ਟਾਈਮ ਟੂ ਟਾਈਮ ਉਹਨੂੰ ਚੇਂਜ ਵੀ ਹੋਣਾ ਚਾਹੀਦਾ, ਪਰ ਇੰਨਾ ਵੀ ਚੇਂਜ ਨਹੀਂ ਲਿਆਉਣਾ ਚਾਹੀਦਾ ਜਿਹਦੇ ਨਾਲ ਕਹੇ ਕਿ ਸਾਡੀ ਜਿਹੜੀ ਪੰਜਾਬੀ ਜ਼ੁਬਾਨ ਆ ਉਹ ਬਿਲਕੁਲ ਹੀ ਖਤਮ ਕੀਤੀ ਜਾਵੇ, ਕਿਉਂਕਿ ਇਹ ਇੱਕ ਤਰ੍ਹਾਂ ਸਿੱਧੇ ਤੌਰ ਤੇ ਪੰਜਾਬੀਆਂ ਦੇ ਉੱਪਰ ਹਮਲਾ ਹੀ ਹੈ ਕਿ ਪੰਜਾਬੀ ਲੈਂਗੁਏਜ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਹਟਾ ਦੇਣਾ। ਪਰ ਤੁਸੀਂ ਜਿਸ ਤਰ੍ਹਾਂ ਕਿ ਦੱਸਿਆ ਕਿ ਉਹ ਸ਼ਾਇਦ ਮਸਲਾ ਹੌਲੀ-ਹੌਲੀ ਸੌਰਟ ਆਊਟ ਕੀਤਾ ਜਾਏ। ਉਹ ਮੈਂ ਇਸ ਗੱਲ ਲਈ ਦੁਬਾਰਾ ਤੁਹਾਨੂੰ ਫਿਰ ਅਸ਼ੋਰ ਕਰਦਾ ਕਿ ਪੰਜਾਬ ਯੂਨੀਵਰਸਿਟੀ ਵਿੱਚੋਂ ਪੰਜਾਬੀ ਜਿਹੜੀ ਉਹ ਕਿਸੇ ਵੀ ਰੂਪ ਦੇ ਵਿੱਚ ਜੋ ਪਾਲਿਸੀ ਤੌਰ ਤੇ ਵੀ ਉਹ ਠੀਕ ਕਰ ਰਹੇ ਨੇ, ਜੋ ਉਹਨਾਂ ਕੋਲ ਡਾਕੂਮੈਂਟ ਦੇ ਵਿੱਚ ਕੋਈ ਕੋਤਾਹੀ ਰਹਿ ਗਈ ਸੀ ਉਹ ਠੀਕ ਹੋ ਰਹੀ ਹੈ ਤੇ ਇਹਦੇ 'ਚ ਕੋਈ ਤਰ੍ਹਾਂ ਦੀ ਅਸੀਂ ਕਿਸੇ ਤਰੀਕੇ ਦੀ ਕੋਈ ਲਿਵਰੇਜ ਜਾਂ ਉਹ ਨਹੀਂ ਦੇ ਰਹੇ ਕਿ ਉਹ ਪੰਜਾਬੀ ਜਿਹੜੀ ਹੈ ਕੰਪਲਸਰੀ ਦੀ ਬਜਾਏ ਕਿਸੇ ਹੋਰ ਫਾਰਮ ਰੈਦਰ ਇੱਕ ਨਵਾਂ ਕੰਪੋਨੈਂਟ ਐਡ ਕਰਕੇ ਇਹਨੂੰ ਲਾਜ਼ਮੀ ਦੇ ਤੌਰ ਦੇ ਉੱਤੇ ਹੀ ਇੰਪਲੀਮੈਂਟ ਕਰਾਂਗੇ। ਇਹ ਮੇਰੀ ਅਸ਼ੋਰੈਂਸ ਹੈ। ਦੁਆ ਸਾਹਿਬ, ਕੀ ਲੱਗਦਾ ਜਦੋਂ ਇਦਾਂ ਦੀਆਂ ਪਾਲਿਸੀਜ਼ ਆਉਂਦੀਆਂ ਨੇ ਉਹਨਾਂ ਦਾ ਵਿਰੋਧ ਹੁੰਦਾ, ਜਿਵੇਂ ਹੁਣ ਆਪਾਂ ਸਡਨਲੀ ਗੱਲ ਕਰ ਰਹੇ ਹਾਂ ਪੰਜਾਬੀ ਲੈਂਗੁਏਜ ਬਾਰੇ, ਕੀ ਕੁਝ ਸੁਹਿਰਦ ਲੋਕਾਂ ਦੀ ਸਲਾਹ ਨਹੀਂ ਲਿੱਤੀ ਜਾਂਦੀ ਜਿਹੜੇ ਪੰਜਾਬੀ ਨਾਲ ਮੁੱਢ ਤੋਂ ਜੁੜੇ ਹੋਏ ਨੇ? ਕਿਉਂਕਿ ਮੈਨੇਜਮੈਂਟ ਦਾ ਕੰਮ ਹੁੰਦਾ ਕਿਸੇ ਵੀ ਕਾਨੂੰਨ ਨੂੰ ਬਣਾਉਣਾ ਔਰ ਲਾਗੂ ਕਰਨਾ। ਜਿਹੜਾ ਇਹਨਾਂ ਨੇ ਪਹਿਲਾਂ ਚਲੋ ਗਲਤੀ ਕਹਿ ਲਈਏ ਜਾਂ ਮਿਸ ਹੈਪਨਿੰਗ ਜਿਹੜੀ ਹੋਈ ਹੈ ਪੰਜਾਬੀ ਨੂੰ ਲਾਜ਼ਮੀ ਤੋਂ ਮਾਈਨਰ ਕਰਨਾ, ਕੀ ਕਹਿ ਸਕਦੇ ਹਾਂ? ਕੋਈ ਪ੍ਰੈਸ਼ਰ ਹੇਠ ਕੀਤਾ ਗਿਆ ਜਾਂ ਵੈਸੇ ਹੀ ਕਹਿ ਲਓ ਵੀ ਕੁਦਰਤੀ ਤੌਰ ਤੇ ਇੱਕ ਗਲਤੀ ਸੀ ਕਿ ਹਟਾ ਦੇਣਾ ਬਾਅਦ ਵਿੱਚ ਜਦੋਂ ਮੈਨੇਜਮੈਂਟ ਜਾਂ ਸਿੰਡੀਕੇਟ ਦੇ ਮੈਂਬਰ ਆ ਕੇ ਗੱਲ ਕਰਦੇ ਨੇ ਤਾਂ ਉਸ ਨੂੰ ਦੁਬਾਰਾ ਲੈ ਕੇ ਆਉਣਾ? ਕੀ ਇਹਦੇ ਵਿੱਚ ਮੁੱਖ ਕਾਰਨ ਕੀ ਹੋ ਸਕਦਾ? ਕਿਉਂਕਿ ਸਿੱਧੇ ਤੌਰ ਤੇ ਦੇਖੋ ਸਰਕਾਰਾਂ ਦਾ ਰੋਲ ਬਹੁਤ ਵੱਡਾ ਹੁੰਦਾ, ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ। ਜਿਵੇਂ ਤੁਸੀਂ ਦੱਸਿਆ ਕਿ ਦੋ ਮੁੱਦਿਆਂ ਦੇ ਉੱਤੇ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੈ ਬਣੀ ਸੀ, ਸਿੱਖਿਆ ਔਰ ਸਿਹਤ ਨੂੰ ਲੈ ਕੇ, ਪਰ ਉਹਨਾਂ ਦੋਨਾਂ ਦੇ ਉੱਪਰ ਕਿਤੇ ਨਾ ਕਿਤੇ ਫੇਲ ਹੋਈ ਹੈ। ਸੋ ਤੁਹਾਨੂੰ ਕੀ ਲੱਗਦਾ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਇਦਾਂ ਦੀਆਂ ਗਲਤੀਆਂ ਹੁੰਦੀਆਂ ਉਹਦੇ ਵਿੱਚ ਕੀ ਕਾਰਨ ਹੁੰਦਾ? ਸਿਰਫ ਔਰ ਸਿਰਫ ਉਹ ਇਦਾਂ ਦੇ ਫੈਸਲੇ ਸੁਣਾ ਦਿੰਦੇ ਨੇ ਕਿਸੇ ਦੀ ਸਲਾਹ ਤੋਂ ਬਿਨਾਂ, ਉਹ ਕਾਰਨ ਹੋ ਸਕਦਾ ਜਾਂ ਕਿਸੇ ਦੇ ਪ੍ਰੈਸ਼ਰ ਹੇਠ ਆ ਕੇ ਇਹ ਚੀਜ਼ਾਂ ਕੀਤੀਆਂ ਜਾਂਦੀਆਂ? ਦੇਖੋ, ਮੈਂ ਸਾਰੀ ਯੂਨੀਵਰਸਿਟੀ ਦੀ ਗੱਲ ਮੈਂ ਬਹੁਤ ਡਿਟੇਲ 'ਚ ਨਹੀਂ ਕਰਾਂਗਾ ਕਿਉਂਕਿ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ, ਇਹਨਾਂ ਦੀ ਫਾਰਮੇਸ਼ਨ ਬਿਲਕੁਲ ਡਿਫਰੈਂਟ ਹੈ। ਇਹ ਡਿਪੈਂਡ ਕਰਦੇ ਨੇ ਪੰਜਾਬ ਸਰਕਾਰ ਦੇ ਉੱਤੇ ਹਰ ਨਿੱਕੇ ਨਿੱਕੇ ਫੈਸਲੇ ਵਾਸਤੇ ਜੀ। ਜਿਹੜਾ ਸਟੇਟਸ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ, ਉਹ ਹਿੰਦੁਸਤਾਨ ਦੇ ਵਿੱਚ ਆਪਣੀ ਤਰ੍ਹਾਂ ਦੀ ਇੱਕ ਵੱਖਰੀ ਯੂਨੀਵਰਸਿਟੀ ਹੈ। 1882 ਵੀ ਜਦੋਂ ਯੂਨੀਵਰਸਿਟੀ ਬਣਦੀ ਹੈ, ਮੈਂ ਚੈਨਲ ਤੇ ਅੱਗੇ ਵੀ ਕਈ ਵਾਰੀ ਸਿੰਡੀਕੇਟਸ ਵੀ ਗੱਲ ਕੀਤੀ ਹੈ, ਇਹ ਪਹਿਲੀ ਯੂਨੀਵਰਸਿਟੀ ਹੈ ਜਿਹਨੂੰ ਲੋਕਾਂ ਨੇ ਪੈਸੇ ਇਕੱਠੇ ਕਰਕੇ ਆਪ ਬਣਾਇਆ ਜੀ। ਜਿੰਨੀਆਂ ਯੂਨੀਵਰਸਿਟੀਆਂ ਬਣਦੀਆਂ ਆਮ ਤੌਰ ਤੇ ਗਵਰਨਮੈਂਟਸ ਜਾਂ ਹੁਣ ਪ੍ਰਾਈਵੇਟ ਬਣ ਰਹੀ, ਲੋਕੀ ਆਪਣੇ ਕਿਸੇ ਕੋਲ ਫੰਡਸ ਹੈ ਜਾਂ ਉਹ ਆਪਣਾ ਆਪ ਨੂੰ ਉਹ ਬਣਾ ਰਹੇ ਨੇ, ਬਟ ਇਹ ਪਹਿਲੀ ਯੂਨੀਵਰਸਿਟੀ ਹੈ ਜਿਹਦੇ ਵਿੱਚ ਸ਼ਾਇਦ ਹੀ ਇਸ ਰੀਜਨ ਦਾ ਕੋਈ ਉਸ ਵੇਲੇ ਜਿਹੜੇ ਰਾਜੇ ਸੀ ਜਾਂ ਆਮ ਜਨਤਾ ਸੀ, ਡਾਕੂਮੈਂਟ ਅਵੇਲੇਬਲ ਹੈ, ਬੁੱਕਸ ਅਵੇਲੇਬਲ ਹੈ, ਜਿਨ੍ਹਾਂ ਨੇ ਪੈਸੇ ਇਕੱਠੇ ਕਰਕੇ ਬਣਾਇਆ। ਜਿਹੜਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸਟੇਟਸ ਹੈ, ਜਿਵੇਂ ਤੁਸੀਂ ਕਹਿੰਦੇ ਪੰਜਾਬ ਆਪਾਂ ਕੇਂਦਰ ਦੀ ਗੱਲ ਕੀਤੀ ਸੀ ਜਾਂ ਪੰਜਾਬ ਦੀ ਗੱਲ ਕੀਤੀ ਸੀ, ਸੁਹਿਰਦਤਾ ਦੀ ਦੋਵੇਂ ਪਾਸੇ ਕਮੀ ਹੈ। ਜਦੋਂ ਆ ਸਟੇਟਸ ਬਣਦੀਆਂ ਅਲੱਗ ਹੁੰਦੀਆਂ, ਪੰਜਾਬ ਫਾਰਮ ਹੁੰਦਾ, ਹਰਿਆਣਾ ਫਾਰਮ ਹੁੰਦਾ, ਹਿਮਾਚਲ ਫਾਰਮ ਹੁੰਦਾ, ਉਸ ਵੇਲੇ ਤੱਕ ਸਾਰਾ ਕੰਟਰੋਲ ਜਿਹੜਾ ਸੀ ਉਹ ਪੰਜਾਬ ਦੇ ਕੋਲ ਹੀ ਸੀ, ਪੰਜਾਬ ਯੂਨੀਵਰਸਿਟੀ ਦਾ। ਕੇਂਦਰ ਕੁਝ ਫੈਸਲੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਕਿਉਂਕਿ ਕੁਝ ਕਾਨੂੰਨ ਦੀ ਅਣਹੋਂਦ ਹੈ ਕਿ ਇਹਦੇ ਬਾਰੇ ਫੈਸਲਾ ਅਸੀਂ ਬਾਅਦ 'ਚ ਕਰਾਂਗੇ, ਜਿਵੇਂ ਇਲਾਕਿਆਂ ਦੀ ਵੰਡ ਕਰ ਦਿੱਤੀ, ਇਹਦੇ ਵੀ ਪੰਜਾਬ ਯੂਨੀਵਰਸਿਟੀ ਵਾਲੇ ਫੈਸਲਾ ਅਸੀਂ ਬਾਅਦ 'ਚ ਕਰਾਂਗੇ। ਸਾਡੇ ਐਕਟ 'ਚ ਲਿਖਿਆ ਹੋਇਆ ਹੈ ਕਿ ਤਦ ਤੱਕ ਇਹਦਾ ਪ੍ਰਬੰਧ ਅਸੀਂ ਲੈ ਕੇ ਜਾ ਰਹੇ ਹਾਂ। ਤੇ ਹੈਰਾਨਗੀ ਦੀ ਗੱਲ ਹੈ ਕਿ 56 ਸਾਲ
ਬੀਤ ਜਾਣ ਦੇ ਬਾਵਜੂਦ ਪ੍ਰਬੰਧ ਵਾਪਸ ਹੀ ਨਹੀਂ ਕੀਤਾ। ਉਹ ਉਹਨਾਂ ਦੇ ਕੋਲ ਹੀ ਹੈ। ਹੁਣ ਜੇ ਉਹਨਾਂ ਦੇ ਕੋਲ ਵੀ ਹੈ ਤੇ ਉਹਨੂੰ ਪ੍ਰੋਪਰ ਤਰੀਕੇ ਨਾਲ ਚਲਾਉਣ। ਜਿਹੜਾ ਪੰਜਾਬ ਦਾ ਪੱਖ ਹੈ, ਜਿਹੜਾ ਪੰਜਾਬ ਜਿੰਨੀ ਗ੍ਰਾਂਟ ਦਿੰਦਾ ਸੀ, ਉਹ ਇਹ ਤਾਂ ਹੋ ਸਕਦਾ ਕਿ ਸਮੇਂ ਨਾਲ ਗ੍ਰਾਂਟ ਵਧੇ। ਇਹ ਪਹਿਲੀ ਵਾਰ ਹੈ ਕਿ ਹਰ ਜਿਹੜੇ ਪਿਛਲੇ ਜਿੰਨੇ ਡਿਸੀਜਨ ਨੇ ਕਿ ਗ੍ਰਾਂਟ ਘਟਦੀ ਜਾ ਰਹੀ ਹੈ, ਤੇ ਰੈਦਰ ਇੱਕ ਸਟੇਜ ਦੇ ਆ ਕੇ ਉਹਨਾਂ ਨੇ ਫਿਕਸ ਕਰ ਦਿੱਤੀ ਹੈ 40% ਦੇਣੀ ਬਣਦੀ ਹੈ, ਨਹੀਂ ਦੇ ਪਾ ਰਹੇ। ਹੁਣ ਪੈਸੇ ਦੀ ਹੁਣ ਆਉਂਦਾ ਹੈ, ਕੰਡੀਸ਼ਨ ਆਪਣੀਆਂ ਇੰਪਲੀਮੈਂਟ ਕਰਨੀ ਹੈ। ਬਟ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਐਕਟ ਹੈ ਉਹ ਆਪਣੇ ਆਪ ਦੇ ਵਿੱਚ ਇੰਨਾ ਸਮਰੱਥ ਹੈ, ਉਹਨੂੰ ਆਪਣੇ ਕਿਸੇ ਫੈਸਲੇ ਵਾਸਤੇ ਉਹ ਪੰਜਾਬ ਦੇ ਉੱਤੇ ਡਿਪੈਂਡੈਂਟ ਨਹੀਂ ਹੈ। ਸਿਰਫ ਸਾਨੂੰ ਤਕਲੀਫ ਜਿਹੜੀ ਉਠਾਣੀ ਪਈ ਹੈ ਜਾਂ ਕਰਨੀ ਪਈ ਹੈ ਕਿ ਜਿਹੜੇ ਇਸ ਵੇਲੇ ਮੰਨ ਲਓ ਆਪਾਂ ਕਹਿ ਸਕਦੇ, ਮੈਨੂੰ ਇਸ ਮੰਨਣ ਤੋਂ ਕੋਈ ਗੁਰੇਜ਼ ਨਹੀਂ ਕਿ ਜਿਹੜੇ ਇਸ ਵੇਲੇ ਲੋਕ ਕੁਰਸੀ ਤੇ ਅਲੱਗ-ਅਲੱਗ ਮਤਲਬ ਅਥਾਰਟੀਜ਼ ਦੇ ਰੂਪ ਦੇ ਵਿੱਚ ਬੈਠੇ ਨੇ, ਉਹ ਸ਼ਾਇਦ ਸਿਆਸੀ ਜਾਂ ਐਡਮਿਨਿਸਟ੍ਰੇਟਿਵ ਲੋਕਾਂ ਨੂੰ ਇੰਪ੍ਰੈਸ ਕਰਨ ਵਾਸਤੇ, ਖੁਸ਼ ਕਰਨ ਵਾਸਤੇ ਉਹ ਆਪਣੇ ਸਟੇਕ ਹੋਲਡਰਸ ਦੇ ਨਾਲ ਇਨਸਾਫ ਨਹੀਂ ਕਰ ਪਾ ਰਹੇ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ। ਉਹ ਐਡਮਿਸ਼ਨ ਦਾ ਮੁੱਦਾ ਹੈ, ਉਹ ਪੋਰਟਲ ਦਾ ਮੁੱਦਾ ਹੈ, ਉਹ ਪੰਜਾਬੀ ਇੰਪਲੀਮੈਂਟ ਦਾ ਮੁੱਦਾ ਹੈ, ਉਹ ਸਿਲੇਬਸ ਦਾ ਮੁੱਦਾ ਹੈ, ਉਹ ਡਿਗਰੀ ਦਾ ਮੁੱਦਾ ਹੈ। ਇਹ ਸਾਰੀ ਜਿਹੜੀ ਹੈ ਅਥਾਰਟੀ ਉਹ ਪੰਜਾਬ ਯੂਨੀਵਰਸਿਟੀ ਐਕਟ, ਪੰਜਾਬ ਯੂਨੀਵਰਸਿਟੀ ਦੀ ਸੈਂਡ ਸਿੰਡੀਕੇਟ ਨੂੰ ਦਿੰਦਾ। ਤੇ ਫਿਰ ਅਸੀਂ ਕਿਸ ਚੀਜ਼ ਨੂੰ ਧਿਆਨ 'ਚ ਰੱਖ ਕੇ ਸਰਕਾਰ ਵੱਲ ਵੇਖ ਰਹੇ ਹਾਂ? ਮਤਲਬ ਤੁਸੀਂ ਇਹ ਸੋਚ ਸਕਦੇ ਹੋ ਕਿ ਮਤਲਬ ਤੁਹਾਨੂੰ ਇੱਕ ਉੱਦਾਂ ਜੇ ਦੱਸਾਂ, ਪੰਜਾਬ ਯੂਨੀਵਰਸਿਟੀ ਦਾ ਅੰਦਾਜ਼ਨ ਜਿਹੜਾ ਬਜਟ ਹੈ ਉਹ 600 ਕਰੋੜ ਦਾ ਸਾਲ ਦਾ, ਉਹਦੇ ਵਿੱਚੋਂ ਮਤਲਬ 260-62 ਕਰੋੜ ਅੰਦਾਜ਼ਨ ਮੈਂ ਤੁਹਾਨੂੰ ਦੱਸ ਰਿਹਾ ਉਹ ਦਿੰਦੀ ਹੈ ਕੇਂਦਰ ਸਰਕਾਰ। ਜਿਹੜੇ ਪੰਜਾਬ ਯੂਨੀਵਰਸਿਟੀ ਦੇ ਕਾਲਜਿਸ ਨੇ ਉਹ ਆਪਣੇ ਰੈਵਨਿਊ ਦੇ ਵਿੱਚੋਂ ਜਿਹੜਾ ਰੈਵਨਿਊ ਸਾਡਾ ਉੱਥੇ ਜਾਂਦਾ ਉਹ 150 ਕਰੋੜ ਦੇ ਆਸ-ਪਾਸ ਜਿਹੜਾ ਹਰ ਸਾਲ ਦਿੰਦੇ, ਤੇ ਪੰਜਾਬ ਸਰਕਾਰ ਸਿਰਫ 34-35 ਜਾਂ 40 ਤੋਂ ਵੱਧ ਨਹੀਂ ਹੈ ਇੰਨੇ ਕਰੋੜ ਰੁਪਇਆ ਦਿੰਦੀ। ਤੇ ਉਹ ਪੰਜਾਬ ਯੂਨੀਵਰਸਿਟੀ ਆਪਣੇ 150 ਕਰੋੜ ਦੇ ਰੈਵਨਿਊ ਨੂੰ ਧਿਆਨ 'ਚ ਨਾ ਰੱਖਦਿਆਂ ਹੋਇਆਂ, ਸਟੇਕ ਹੋਲਡਰਸ ਦੀ ਪਰਵਾਹ ਨਾ ਕਰਦਿਆਂ ਹੋਇਆਂ, ਆਪਣੇ ਐਕਟ ਦੀ ਪਰਵਾਹ ਨਾ ਕਰਦਿਆਂ ਹੋਇਆਂ, ਜਿਸ ਤਰੀਕੇ ਮਤਲਬ ਸਟੇਟ ਗਵਰਨਮੈਂਟ ਨੂੰ ਜਾਂ ਅਥਾਰਟੀ ਨੂੰ ਖੁਸ਼ ਕਰਨ ਲੱਗੀ, ਇਹ ਸਾਰੀ ਸੈਨੇਟ ਤੇ ਸਿੰਡੀਕੇਟ ਦੀ ਸਮਝ ਤੋਂ ਬਾਹਰ ਹੈ। ਇਹਦੇ ਰਿਗਾਰਡਿੰਗ ਵੀ, ਪੋਰਟਲ ਦੇ ਰਿਗਾਰਡਿੰਗ ਵੀ ਅਸੀਂ ਕਾਫੀ ਸਾਰੇ ਸਿੰਡੀਕੇਟ ਮੈਂਬਰਾਂ ਨੇ ਯੂਨਾਨੀਮਸ ਡਿਸੀਜਨ ਪਾਸ ਕੀਤਾ ਸੀ 25-3 ਮਾਰਚ ਦੀ ਜਿਹੜੀ ਸਿੰਡੀਕੇਟ ਸੀ। ਉਸ ਤੋਂ ਬਾਅਦ ਹੁਣ ਅਸੀਂ 5 ਦਿਨ ਪਹਿਲਾਂ ਸਾਰੇ ਸਿੰਡੀਕੇਟ ਮੈਂਬਰ ਨੇ ਦੁਬਾਰਾ ਲੈਟਰਸ ਕੱਢੀਆਂ। ਮੈਂ ਉਹ ਇਸ਼ੂ ਜੋੜਦਾ ਨਹੀਂ ਪਿਆ, ਇਸ਼ੂ ਪੰਜਾਬੀ ਦਾ ਹੀ ਸੀ ਗੱਲ, ਕਿਉਂਕਿ ਐਡਮਿਨਿਸਟ੍ਰੇਟਿਵ ਇਸ਼ੂ ਦੀ ਹੋ ਰਹੀ ਸੀਗੀ, ਤਾਂ ਕਰਕੇ ਮੈਂ ਇਹਨਾਂ ਨੂੰ ਕਲੱਬ ਕਰ ਦਿੱਤਾ ਵੀ ਸਾਨੂੰ ਇਹ ਪਤਾ ਹੋਣ ਦੇ ਬਾਵਜੂਦ ਵੀ, ਆਪਣੀ ਸਮਰੱਥਾ ਦਾ, ਤਾਕਤ ਦਾ, ਐਕਟ ਦਾ ਅਹਿਸਾਸ ਹੋਣ ਦੇ ਬਾਵਜੂਦ ਵੀ ਅਸੀਂ ਕਿਉਂ ਇਦਾਂ ਕਰ ਰਹੇ, ਸਾਡੀ ਸਮਝ ਤੋਂ ਬਾਹਰ। ਜਿਵੇਂ ਕਿ ਤੁਸੀਂ ਦੱਸਿਆ ਕਿ ਪਹਿਲਾਂ ਉਹਨਾਂ ਨੇ ਲਾਜ਼ਮੀ ਪੰਜਾਬੀ ਨੂੰ ਹਟਾਇਆ ਔਰ ਫਿਰ ਦੁਬਾਰਾ ਸਿੰਡੀਕੇਟਸ ਦੀ ਜਦੋਂ ਮੀਟਿੰਗ ਹੋਈ, ਸਹੀ ਰਸਤਾ ਸਿੰਡੀਕੇਟ ਮੈਂਬਰਸ ਵੱਲੋਂ ਦਿਖਾਇਆ ਗਿਆ ਤੇ ਉਹਨਾਂ ਨੇ ਇਹ ਗੱਲ ਮੰਨ ਲਈ ਹੈ ਕਿ ਪੰਜਾਬੀ ਐਜ਼ ਇਟ ਇਜ਼ ਹੀ ਹਰ ਸਬਜੈਕਟ ਦੇ ਵਿੱਚ ਲਾਜ਼ਮੀ ਰਹੇਗੀ। ਕੀ ਲੱਗਦਾ ਕਿ ਪੰਜਾਬੀਆਂ ਨਾਲ ਜਾਂ ਸਿੰਡੀਕੇਟ ਮੈਂਬਰਸ ਦੇ ਨਾਲ ਦੁਬਾਰਾ ਵਾਅਦਾ ਖਿਲਾਫੀ ਤਾਂ ਨਹੀਂ ਹੋਏਗੀ? ਕਿਉਂਕਿ ਹਲੇ ਤੱਕ ਜੇ ਦੇਖਿਆ ਜਾਵੇ ਕਿਸੇ ਦਾ ਵੀ ਕੋਈ ਬਿਆਨ ਇਸ ਉੱਪਰ ਨਹੀਂ ਆਇਆ ਕਿ ਪੰਜਾਬੀ ਦੁਬਾਰਾ ਤੋਂ ਲਾਜ਼ਮੀ ਕੀਤੀ ਜਾਏਗੀ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਕੱਲ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਦੀ ਸਟੇਟਮੈਂਟ ਸ਼ਾਇਦ HT ਨਿਊਜ਼ਪੇਪਰ 'ਚ ਲੱਗੀ ਸੀ ਕਿ ਇੰਟੈਕਟ ਰਹੇਗੀ ਪੰਜਾਬੀ ਜੀ, ਤੇ ਜਿਵੇਂ ਸਾਨੂੰ ਸਿੰਡੀਕੇਟਸ ਇਨਸ਼ੋਰ ਕੀਤਾ ਗਿਆ, ਪਲੱਸ ਮੈਂ ਆਪਣੇ ਰਿਸੋਰਸਿਸ ਤੋਂ ਆਪ ਜੋ ਪਤਾ ਕੀਤਾ ਕਮੇਟੀਜ਼ ਦੇ, ਜਿਵੇਂ ਉੱਥੇ ਮੀਟਿੰਗਸ ਹੋਈਆਂ ਕੱਲ, ਉਹਨਾਂ ਨੇ ਸ਼ਾਇਦ ਸਾਰਾ ਕੁਝ ਇੱਕ ਖਾਕਾ ਜਿਹਾ ਇੱਕ ਤਿਆਰ ਕਰ ਲਿਆ, ਡਿਜ਼ਾਈਨ ਤਿਆਰ ਕਰ ਲਿਆ, ਉਹ ਅੱਜ ਸ਼ਾਇਦ ਉਹ ਇੱਕ ਰਿਟਨ ਫਾਰਮ ਦੇ ਵਿੱਚ ਆ ਜਾਏਗਾ। ਮੈਨੂੰ ਲੱਗਦਾ ਨਹੀਂ ਕਿ ਉਹ ਪੰਜਾਬੀ ਜ਼ੁਬਾਨ ਦੇ ਨਾਲ ਇਸ ਤਰ੍ਹਾਂ ਦਾ ਇਹੋ ਜਿਹਾ ਕੋਈ ਫੈਸਲਾ ਹੋ ਜਿਹੜਾ ਉਹਦੇ ਵਿਰੋਧ ਦੇ ਵਿੱਚ ਜਾਂ ਲਾਜ਼ਮੀ ਨਾ ਕਰਨ ਵਾਲਾ ਵੀ ਕਰਨਗੇ, ਇਹੋ ਜਿਹਾ ਕੋਈ ਹੈ ਨਹੀਂ। ਮਤਲਬ ਮੈਂ ਕਹਿ ਸਕਦਾ, ਵਿਦ ਅਥਾਰਟੀ ਕਹਿ ਸਕਦਾ ਕਿ ਪੰਜਾਬੀ ਜਿਹੜੀ ਹੈ ਲਾਜ਼ਮੀ ਜ਼ੁਬਾਨ ਦੇ ਤੌਰ ਤੇ ਪੜ੍ਹਾਈ ਜਾਂਦੀ ਰਹੇਗੀ। ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਸੋ ਇਸ ਸਾਡੇ ਨਾਲ ਹਰਪ੍ਰੀਤ ਸਿੰਘ ਜੀ ਦੂਆ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕੀ ਮਸਲਾ ਸੀ ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਪੰਜਾਬੀ ਭਾਸ਼ਾ ਹਟਾਈ ਗਈ ਸੀ। ਉਸ ਤੋਂ ਬਾਅਦ ਬੇਸ਼ੱਕ ਜਿਹੜੇ ਜ਼ਿੰਮੇਦਾਰ ਸਿੰਡੀਕੇਟ ਮੈਂਬਰਸ ਨੇ ਉਹ ਅੱਗੇ ਆਏ, ਉਹਨਾਂ ਨੇ ਸਹੀ ਰਸਤਾ ਦਿਖਾਇਆ ਔਰ ਦੁਬਾਰਾ ਇਹ ਗੱਲ ਕਹੀ ਜਾ ਰਹੀ ਹੈ ਕਿ ਹਰ ਇੱਕ ਸਬਜੈਕਟ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਲਾਜ਼ਮੀ ਰਹੇਗੀ। ਸੋ ਬੇਸ਼ੱਕ ਜਿੱਥੇ ਜ਼ਿੰਮੇਦਾਰੀ ਹਰ ਇੱਕ ਪੰਜਾਬੀ ਦੀ ਬਣਦੀ ਹੈ, ਸਟੂਡੈਂਟਸ ਦੀ ਵੀ ਬਣਦੀ ਹੈ ਔਰ ਉਸ ਦੇ ਨਾਲ ਜਿਹੜਾ ਵੀ ਸ਼ਖਸ ਇਸ ਵੀਡੀਓ ਨੂੰ ਦੇਖ ਰਿਹਾ ਉਸ ਦੀ ਵੀ ਬਣਦੀ ਹੈ ਕਿ ਕਮੈਂਟਸ ਦੇ ਜ਼ਰੀਏ ਜ਼ਰੂਰ ਤੁਸੀਂ ਵੀ ਆਪਣੀ ਰਾਏ ਦਿਓ, ਕਿਉਂਕਿ ਪੰਜਾਬੀ ਹੋਣ ਦੇ ਨਾਤੇ ਸਾਡਾ ਮੁੱਢਲਾ ਫਰਜ਼ ਹੈ ਕਿ ਅਸੀਂ ਪੰਜਾਬੀ ਮਾਂ ਬੋਲੀ ਦੇ ਲਈ ਜਿਹੜਾ
ਕੁਝ ਨਾ ਕੁਝ ਜ਼ਰੂਰ ਕਰੀਏ, ਕਿਉਂਕਿ ਹਰ ਇੱਕ ਆਵਾਜ਼ ਜਦੋਂ, ਕਿਉਂਕਿ ਜਿਹੜੀ ਜਮਹੂਰੀਅਤ ਦੀ ਆਵਾਜ਼ ਹੈ ਉਹੀ ਕਹਿ ਸਕਦੇ ਹਾਂ ਕਿ ਸਰਕਾਰਾਂ ਦੀ ਆਵਾਜ਼ ਅੱਗੇ ਜਾ ਕੇ ਬਣਦੀ ਹੈ। ਔਰ ਕੋਸ਼ਿਸ਼ ਸਾਡੀ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਪੰਜਾਬੀ ਮਾਂ ਬੋਲੀ ਦੇ ਲਈ, ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਆਪਣੀ ਜ਼ਿੰਮੇਵਾਰੀ ਨੂੰ ਸਮਝੀਏ। ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਅਮਨ ਸਿੰਘ, ਲੁਧਿਆਣਾ ਟਾਈਮਜ਼।